ਮਿਲਕ ਜ਼ਰਾ ਕੋ ਫੈਟ ਕਰ ਦੇਣਾ। ਜਿਸ ਤਰ੍ਹਾਂ ਕਿ ਕੱਲ੍ਹ ਦੇ ਵਲਾਗ ਦੇ ਵਿੱਚ ਤੁਹਾਨੂੰ ਮੈਂ ਆਖਿਆ ਸੀ ਕਿ ਅੱਜ ਦੇ ਵਲਾਗ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਬੇਸਿਕਲੀ ਉਹ ਸਾਡਾ ਸਾਰਾ ਪ੍ਰੈਂਕ ਕਰਨ ਦਾ ਮੇਰਾ ਕੀ ਇਹਨਾਂ ਨਾਲ ਮਕਸਦ ਸੀ। ਤੇ ਚਲੋ ਛੋਟੀ ਮੋਟੀ ਨੋਕ ਝੋਂਕ ਜਿੱਥੇ ਹੁੰਦੀ ਨਾ ਉੱਥੇ ਪਿਆਰ ਵੱਧਦਾ। ਤੇ ਮੈਂ ਤੇ ਇਹ ਸਮਝਦਾ ਵਾਂ ਕਿ ਜਿਹੜਾ ਥੋੜ੍ਹੀ ਜਿਹੀ ਨਾਰਾਜ਼ਗੀ ਤੋਂ ਬਾਅਦ ਜਿਹੜਾ ਪਿਆਰ ਸ਼ਿੱਦਤ ਦੇ ਨਾਲ ਹੁੰਦਾ ਨਾ ਉਹਦੀ ਗਹਿਰਾਈ ਸ਼ਾਇਦ ਚੰਦ ਲੋਕ ਜ਼ਰੂਰ ਜਾਣਦੇ ਹੋਣਗੇ। ਤੇ ਲਿਹਾਜ਼ਾ ਜਨਾਬ ਅਲੀ ਅਸੀਂ ਆਪਣਾ ਜਿਹੜਾ ਨਾ ਅੱਜ ਦਾ ਵਲਾਗ ਦੇ ਵਿੱਚ ਸਾਰਾ ਕੁਝ ਤੁਹਾਨੂੰ ਡਿਟੇਲ ਨਾਲ ਦੱਸਾਂਗੇ, ਸਾਰੀ ਗੱਲਬਾਤ ਕਿ ਆਇਆ ਮੈਨੂੰ ਕਿਉਂ ਨੌਬਤ ਆਈ ਉਹ ਵਾਲਾ ਪ੍ਰੈਂਕ ਕਰਨ ਦੀ, ਕਿਉਂਕਿ ਉਹ ਇੱਕ ਵਾਕਈ ਸੱਚਾ ਵਾਕਿਆ ਹੈ। ਤੇ ਹੁਣ ਜਨਾਬ ਅਲੀ ਤੁਹਾਡਾ ਭਰਾ ਜਿਹੜਾ ਨਾ ਫਿਲਹਾਲ ਤਾਂ ਡਾਇਟ ਤੇ ਨਾਲ ਸੋਹਣਾ ਸਵੇਰੇ ਸਵੇਰੇ ਉੱਠੇ ਆ ਤੇ ਨਾਲੇ ਨਾਸ਼ਤਾ ਕਰਨੇ ਆ। ਤੇ ਦੂਜਾ ਨਾ ਭੋਪੋ ਨੂੰ ਅੱਜ ਲੱਗਣਾ ਇੰਜੈਕਸ਼ਨ। ਭੋਪੋ 2 ਸਾਲ ਦੀ ਹੋ ਗਈ ਹੈ ਨਾ, ਤੇ ਪਾਕਿਸਤਾਨ ਸਾਂ ਜਦੋਂ 2 ਸਾਲ ਦੀ ਹੋ ਗਈ, ਹੁਣ ਇੱਥੇ ਆਇਆ ਤੇ 2 ਸਾਲ ਦਾ ਉਹਨੂੰ ਇੰਜੈਕਸ਼ਨ ਲੱਗਣਾ ਤੇ ਉਹਨੂੰ ਲਵਾਉਣੇ ਨਾਲੇ ਇੰਜੈਕਸ਼ਨ ਤੇ ਬਾਕੀ ਦੀਆਂ ਗੱਲਾਂ ਹੁਣ ਕਰਨੇ ਆ ਫੇਰ ਥੋੜ੍ਹੀ ਦੇਰ ਤੱਕ। ਠੀਕ ਹੈ ਜੀ, ਨਾਸ਼ਤਾ ਕਰ ਲਈਏ ਫਿਰ ਮੈਂ ਤੁਹਾਨੂੰ ਕੰਪਲੀਟਲੀ ਜਿਹੜਾ ਨਾ ਐਕਸਪਲੇਨ ਕਰਨਾ ਸਾਰੀ ਗੱਲਬਾਤ। ਓਕੇ ਲਓ ਜੀ, ਭੋਪੋ ਵੀ ਰੈਡੀ ਹੋ ਗਈ ਹੈ। ਲੈਟਸ ਗੋ ਟੂ ਅਸੀਂ ਹੁਣ ਚਲੀਏ ਜੀ ਜਾ ਕੇ ਤੇ ਆਪਣਾ ਇਹਨਾਂ ਦੀ ਘਰ ਦੀ ਕੋਈ ਗਰੋਸਰੀ ਸ਼ੋਸਰੀ ਵੀ ਥੋੜ੍ਹੀ ਬਹੁਤੀ ਖਤਮ ਹੋਈ ਹੈ, ਪਲੱਸ ਭੋਪੋ ਨੇ ਜਿਹੜਾ ਨਾ ਉਹ इंजेक्शन लगवाना है तो उत्थे भी चलिए। ओपो लेट्स गो जी बेटा। ओके गो गो उधर से मेरा पुत्र इन्हों हुण जाके टीका लवाइए पहला तो बाकी आप पुट इट देयर पुट इट। लेट्स गो। लो जी बोतल रखियां गई हैं। लेट्स गो लेट्स गो लेट्स गो। लो जी ओए वाह जी वाह देखा लो जी अभी आपस आए ट्विन सिटी से किसान करने सन ते वो तो वेख के भोपो ना कोई राजी नहीं होती। भोपो वाह चलो जी वो तेरा भाला जी हाई फाई तो कर ले मेरा पुत्र। वाह जी वाह लेट्स गो जी। थैंक यू पोपो। पोपो नूं किन्ना लव करदे ने पोपो बड़ी प्यार आस्ते वे हर पासे जेड़ा ना माशाल्लाह। चलो जी मेरा पुत्र। लेट्स गो रिचल हाउ आर यू। लेट्स गो बेटा। कम हियर पोपो कौन सी लेनी है गाड़ी मेरे पुत्र ने हैं। विच वन कौन सी लेनी है मेरे पुत्र ने। लो जी इत्थे हुण ग्रोसरी करना आए सां ते अपनी दुकान च वड़ गई आंदी है हुण दसो किहड़ी शाय इत्थों क्या लेना है मेरा पुत्र ने दस हैं। ला परेशान है किसी शहर दे विच लैण दे कोई चक्करां दे विच। ਵੇਖ ਲਓ ਤੁਹਾਡਾ ਭਰਾ ਫੇਰ ਆ ਗਿਆ ਬਰੋਕਲੀਆਂ ਤੇ ਮਸ਼ਰੂਮਾਂ ਤੇ ਇਹ ਜਨਾਬ ਅਲੀ ਹਰ ਸ਼ੈ ਤੇ ਫਿਰ ਛਲੀਆਂ ਬੋਇਲ ਕਰਕੇ ਸਹੀ ਹੈ। ਫਿਰ ਉਸ ਤੋਂ ਬਾਅਦ ਹੈ ਫਰੈਸ਼ ਮਾਲਟਿਆਂ ਦਾ ਜੂਸ, ਗਾਜਰਾਂ ਦਾ ਜੂਸ, ਕੁਕੰਬਰ। ਬਸ ਫਿਰ ਹੁਣ ਡਾਈਟ ਕਰਾਂਗੇ ਤੇ ਬਚਣਾ ਜਿਹੜੇ ਹਾਲਾਤ ਜਾਂਦੇ ਨੇ ਨਾ ਫਿਰ ਇਹ ਤਾਂ ਫਿਰ ਬੰਦਾ ਨਹੀਂ ਤੇ ਐਂਡ ਤੇ ਆ ਕੇ ਕੀ ਹੁੰਦਾ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਓ ਜੀ, ਫਲਾਣਾ ਕੰਮ ਕਰੋ ਜੀ ਫਲਾਣਾ। ਮੈਨੂੰ ਡਾਕਟਰ ਨੇ ਆਖਿਆ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਹਿੰਦਾ। ਮੈਂ ਟੈਨਸ਼ਨ ਨਾ ਲਵੋ ਮੈਂ ਜਾ ਕੇ ਘੱਟ ਕਰ ਲਵਾਂਗਾ। ਹੁਣ ਜਨਾਬ ਅਲੀ ਹਰ ਸ਼ੈ ਆਲ ਇਨ ਵੈਲ। ਹੁਣ ਉੱਥੇ ਜੇ ਹਿਸਾਬ ਨਾਲ ਪਕੌੜੇ ਸਮੋਸੇ ਖਾਣੇ ਨੇ, ਜੇ ਹਿਸਾਬ ਨਾਲ ਉੱਥੇ ਮਸਾਲਿਆਂ ਵਾਲੇ ਖਾਣੇ ਨੇ ਡੇਲੀ ਐਵਰੀ ਡੇ, ਫਿਰ ਉਹ ਹਿਸਾਬ ਦੇ ਨਾਲ ਜਨਾਬ ਤੁਹਾਡਾ ਬਲੱਡ ਪ੍ਰੈਸ਼ਰ ਹੀ ਤੇ ਵਧਣਾ ਘਟਣਾ ਨਾ। ਤੇ ਇਸ ਤੋਂ ਜ਼ਰਾ ਕੋਈ ਥੋੜ੍ਹਾ ਜਿਹਾ ਬੰਦਾ ਮਿਆਨਾ ਰਵੀ 'ਚ ਰਹੇ ਨਾ ਤੇ ਉਹੀ ਬਿਹਤਰ ਹੁੰਦਾ। ਉਹ ਡੋਗੂ ਆ ਗਈ ਡੋਗੂ ਆ ਗਈ ਉਹ ਦੇਖੋ ਡੋਗੂ ਓਏ ਪੋਪੋ ਡੋਗੂ ਆ ਗਿਆ ਮੇਰਾ ਪੁੱਤਰ। ਉਹ ਪੋਪੋ ਕੋਈ ਡਰਦੀ ਹੈ ਭਈ ਜੀ। ਤਾਂ ਜਨਾਬ ਵੈਲਕਮ ਬੈਕ। ਅਸੀਂ ਤੁਹਾਡੇ ਕੋਲ ਤੁਹਾਡਾ ਭਰਾ ਹਾਜ਼ਰ ਹੋ ਗਿਆ। ਸਭ ਤੋਂ ਪਹਿਲੇ ਤਾਂ ਮੈਂ ਆਪਣੀਆਂ ਸਾਰੀਆਂ ਭੈਣਾਂ ਭਰਾਵਾਂ ਕੋਲ ਮਾਫੀ ਮੰਗਦਾ ਵਾਂ ਜੇ ਕਿਸੇ ਦਾ ਦਿਲ ਦੁਖਿਆ। ਗੱਲ ਇਹ ਹੈ ਕਿ ਕੁਛ ਸਬਕ ਦੇਣ ਵਾਸਤੇ ਵੀ ਕੁਛ ਨਾ ਕੁਛ ਮੈਂ ਮੈਨੂੰ ਵੀ ਭਲਾ ਵੇਖਾਂ ਜਾਂਚ ਹੈ ਕਿ ਨਹੀਂ। ਤੇ ਮੈਂ ਕੋਈ ਥੋੜ੍ਹੀ ਜਿਹੀ ਐਫਰਟ ਕੀਤੀ ਇਸ ਚੀਜ਼ ਨੂੰ ਜਿਤਨਾ ਰਿਐਲਿਟੀ ਦੇ ਵਿੱਚ ਲਿਆ ਕੇ ਤੇ ਪੋਰਟਰੇ ਕਰਕੇ ਤੁਹਾਨੂੰ ਸਮਝਾਇਆ ਜਾਏ। ਲੇਕਿਨ ਇਹਦੇ ਵਿੱਚ ਟੂ ਬੀਇੰਗ ਓਨੈਸਟ ਘਰਦਿਆਂ ਨੂੰ ਜਿਹੜਾ ਨਾ ਮੈਂ ਕਿਉਂਕਿ ਸਾਡੀ ਵੀ ਘਰ ਦੇ ਵਿੱਚ ਛੋਟੀ ਜਿਹੀ ਮੈਂ ਗੱਲ ਨੂੰ ਜਾਣ ਬੁੱਝ ਕੇ ਬਣਾਇਆ ਸੀ ਇਸ ਚੀਜ਼ ਨੂੰ
ਕਿ ਇੱਕ ਬਿਲਕੁਲ ਨੈਚੁਰਲ ਰਵੇ। ਸਿਰਫ ਇਸ ਕਹਾਣੀ ਦਾ ਮੈਨੂੰ ਹੀ ਪਤਾ ਸੀ, ਮੇਰੇ ਤੋਂ ਇਲਾਵਾ ਮੈਂ ਯਾਸਰ ਨੂੰ ਵੀ ਨਹੀਂ ਸੀ ਸ਼ੇਅਰ ਕੀਤੀ ਕਿ ਕੀ ਗੱਲ ਹੈ ਤੇ ਕੀ ਬਾਤ ਹੈ। ਇਸ ਤੋਂ ਵਿਚਾਰਾ ਜਿਹੜਾ ਨਾ ਯਾਸਰ ਆਂਦਾ ਕਿ ਯਾਰਾ ਤੂੰ ਐਤਕਾਂ ਡਰਾਮਾ ਕੀਤਾ, ਤੂੰ ਐਤਕਾਂ ਮੇਰੇ ਨਾਲ ਵੀ ਨਹੀਂ ਬਿਲਕੁਲ ਕੁਛ ਹੈ ਸ਼ੇਅਰ ਕੀਤੀ। ਚਲੋ ਅੱਗੇ ਅੰਮਾ ਹੋਰਾਂ ਨਾਲ ਪ੍ਰੈਂਕ ਕਰੀਦਾ ਸੀ ਇਹ ਵੋ, ਤੇ ਮੇਰੇ ਨਾਲ ਤੂੰ ਕਮ ਸੇ ਕਮ ਸ਼ੇਅਰ ਕਰਨਾ ਸੀ ਨਾ। ਬਹਰਹਾਲ ਜੀ ਇਨ ਸ਼ਾਰਟ ਗੱਲ ਇਹ ਹੈ ਕਿ ਇਹ ਸਾਰੀ ਗੱਲ ਦਾ ਕਿਉਂ ਆਇਆ ਮੌਕਾ, ਕਿਉਂ ਆਇਆ ਨੌਬਤ, ਕਿਉਂ ਆਈ, ਮੈਂ ਕਿਉਂ ਵਲਾਗ ਇਸ ਤਰ੍ਹਾਂ ਦਾ ਬਣਾਇਆ। ਮੈਂ ਨਾ ਹਮੇਸ਼ਾ ਇਹ ਸੋਚਦਾ ਸਾਂ ਕਿ ਯਾਰ ਗੱਲ ਇਹ ਵੇ ਕਿ ਹਮੇਸ਼ਾ ਮੈਨੂੰ ਲੱਗਦਾ ਕਿ ਔਰਤ ਹੀ ਮਜ਼ਲੂਮ ਹੁੰਦੀ ਹੈ ਹਰ ਜਗ੍ਹਾ ਦੇ ਉੱਤੇ, ਲੇਕਿਨ ਬਿਲਕੁਲ ਤੁਹਾਡੀ ਗੱਲ ਉਹ ਵੀ ਠੀਕ ਹੈ, ਲੇਕਿਨ ਕਈਆਂ ਜਗ੍ਹਾ ਦੇ ਉੱਤੇ ਮਰਦ ਵੀ ਮਜ਼ਲੂਮ ਹੁੰਦਾ ਹੈ। ਮੈਂ ਇੱਕ ਚੰਦ ਦਿਨ ਪਹਿਲਾਂ ਇੱਕ ਦੋਸਤ ਹੈ ਮੇਰਾ, ਉਹ ਕਦੀ ਕੈਮਰੇ 'ਤੇ ਨਹੀਂ ਆਇਆ, ਉਹਦੇ ਘਰ ਗਿਆ ਅਤੇ ਉਹਦੇ ਨਾਲ ਗੱਲਬਾਤ ਹੋਈ ਅਤੇ ਮੈਂ ਵੇਖਿਆ ਉਹਨੂੰ ਬੜਾ ਪਰੇਸ਼ਾਨ ਜਿਹਾ ਸੀ ਅਤੇ ਇਹ ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਕਿ ਬਾਊ ਕੁਛ 4 ਦਿਨ ਪਹਿਲਾਂ ਨਾ ਇਹ ਮਾਮਲਾਤ ਹੋਏ ਨਹੀਂ, ਅਤੇ ਦੱਸ ਹੁਣ ਬੰਦਾ ਦੱਸੇ ਕਿ ਭਾਈ ਇਹ ਕਿਵੇਂ। ਮੈਂ ਫਿਰ ਸੋਚਿਆ ਕਿ ਯਾਰ ਇਹ ਆਇਆ ਇਤਨਾ ਕਮਜ਼ੋਰ ਰਿਸ਼ਤਾ ਹੁੰਦਾ ਹੈ ਇਹ ਸ਼ਾਦੀ ਵਿਆਹ ਦਾ, ਨਹੀਂ ਫਿਰ ਚੀਜ਼ਾਂ ਮੈਂ ਕੋਈ ਇਹਨੂੰ ਨਾ ਪਹਿਚਾਨਣਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਪੋਸੀਬਲ ਹੈ। ਹੁਣ ਮੈਂ ਤੁਹਾਡੇ ਅੱਗੇ ਐਕਸਪਲੇਨ ਕਰਨਾ ਇੱਕ ਤਰ੍ਹਾਂ ਚੀਜ਼। ਇੱਕ ਮਰਦ ਹੈ, ਸਹੀ ਹੈ, ਉਹ ਸੁਬਾਹ ਉੱਠਦਾ ਹੈ, ਉੱਠ ਕੇ ਤੇ ਜਨਾਬੇ ਵਾਲੀ ਆਪਣਾ ਸਭ ਤੋਂ ਪਹਿਲੇ ਆਪਣਾ ਕੰਮ ਦੇ ਵਾਸਤੇ ਤਿਆਰੀ ਸ਼ਿਆਰੀ ਕਰਕੇ ਤੇ ਨਿਕਲਦਾ, 8 ਵਜੇ ਨਿਕਲਦਾ ਹੈ। ਜ਼ਿੰਦਗੀ ਦੀਆਂ ਮੁਸ਼ਕਿਲਾਤਾਂ ਦੇ ਵਿੱਚ ਲੜਦਾ ਹੈ। ਜਿਵੇਂ ਸਭ ਤੋਂ ਪਹਿਲੇ ਮੈਂ ਸਾਊਥ ਅਫਰੀਕਾ ਦੀ ਐਗਜ਼ਾਮਪਲ ਦੱਸਣਾ। ਅਸੀਂ ਮਾਲ ਲੈਣ ਜਾਈਏ ਵੀ ਨਾ ਅਤੇ ਸਾਨੂੰ ਫਿਰ ਵੀ ਖਤਰਾ ਹੁੰਦਾ ਹੈ। ਜਿਸ ਤਰ੍ਹਾਂ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਜਦੋਂ ਤੁਸੀਂ ਸਮਾਨ ਲੈਣ ਜਾ ਰਹੇ ਹੁੰਦੇ ਸਨ ਨਾ ਊਠਾਂ ਦੇ ਉੱਤੇ, ਅਤੇ ਰਾਹ ਦੇ ਵਿੱਚ ਜਿਹੜੇ ਕਜ਼ਾਕ ਬੈਠੇ ਹੁੰਦੇ ਸਨ ਹਮਲਾ ਕਰਕੇ ਅਤੇ ਜਨਾਬੇ ਵਾਲੀ ਉਹ ਆਪਣਾ ਸਮਾਨ ਲੁੱਟ ਲਾਟ ਲੈਂਦੇ ਹਨ, ਬਹਿਰੀ ਜਹਾਜ਼ਾਂ ਦਾ ਵੀ, ਅਤੇ ਜਨਾਬੇ ਵਾਲੀ ਊਂਟਾਂ ਸ਼ੂਟਾਂ ਵਾਲੇ ਵੱਖਰੇ ਲੁਟੇਰੇ ਹੁੰਦੇ ਸਨ। ਇਸੇ ਤਰ੍ਹਾਂ ਸਾਊਥ ਅਫਰੀਕਾ ਦੇ ਵਿੱਚ ਵੀ ਚੰਦ ਇੱਕ ਇਲਾਕੇ ਆਏ ਨੇ ਜਿੱਥੇ ਜਨਾਬੇ ਵਾਲੀ ਡੈਫੀਨੇਟਲੀ ਇਹ ਖਤਰਾ ਰਹਿੰਦਾ ਹੀ ਰਹਿੰਦਾ ਕਿ ਜਦੋਂ ਤੁਸੀਂ ਸਮਾਨ ਲੈ ਕੇ ਆ ਰਹੇ ਹੁੰਦੇ ਹੋ ਤਾਂ ਹਾਈਜੈਕਿੰਗ ਦਾ ਇਸ਼ੂ ਹੁੰਦਾ ਹੈ। ਉਹਨਾਂ ਮੁਸ਼ਕਿਲਾਤਾਂ ਨੂੰ ਤੈਅ ਕਰਕੇ ਫਿਰ ਅੱਗੇ ਆਉਂਦਾ ਬੰਦਾ, ਘਰ ਸਮਾਨ ਮਤਲਬ ਲੈ ਕੇ ਆਉਂਦਾ ਮਾਲ ਦੁਕਾਨਾਂ ਦੇ ਉੱਤੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕਾਂ ਦੇ ਆਪਣੇ ਸਟੋਰ ਨੇ, ਆਪਣੇ ਕਾਰੋਬਾਰ ਕਰਦੇ ਨੇ, ਲਿਹਾਜ਼ਾ ਮੈਂ ਆਪਣੀ ਮਿਸਾਲ ਦੇਣ ਡਿਆ। ਅੱਛਾ, ਦੁਕਾਨ ਦੇ ਉੱਤੇ ਆਪਣਾ ਕਰੀਦਾ, ਸਟੋਰ ਬਣਾਏ ਨੇ, ਸਟੋਰਾਂ ਦੇ ਵਿੱਚ ਆ ਕੇ ਅੱਗੇ ਜੇ ਤੁਸੀਂ ਉਹਨਾਂ ਤੋਂ ਬਚ ਕੇ ਆ ਜਾਂਦੇ ਹੋ ਤਾਂ ਅੱਗੇ ਪੁਲਿਸ ਵਾਲੇ ਹੁੰਦੇ ਨੇ, ਉਹਨਾਂ ਨੂੰ ਤੁਹਾਨੂੰ ਕੋਈ ਨਾ ਕੋਈ ਪੈਸੇ ਲਾਣੇ ਪੈਂਦੇ ਨੇ, ਉਹ ਵੱਖਰੀ ਮੁਸ਼ਕਲ ਝੇਲਣੀ ਪੈਂਦੀ ਹੈ। ਦੁਕਾਨਾਂ 'ਤੇ ਆਉਂਦੇ ਅੱਗੋਂ ਡਿਪਾਰਟਮੈਂਟ ਵਾਲੇ ਵੱਖਰੇ ਆ ਜਾਂਦੇ ਨੇ, ਇਮੀਗ੍ਰੇਸ਼ਨ ਵਾਲੇ ਵੱਖਰੇ ਆ ਜਾਂਦੇ ਨੇ, ਉਸ ਤੋਂ ਬਾਅਦ ਸਾਰਸ ਵਾਲੇ ਵੱਖਰੇ, ਮਤਲਬ ਹਰ ਕੋਈ ਨਾ ਕੋਈ ਦੂਸਰਾ ਤੀਸਰਾ ਡਿਪਾਰਟਮੈਂਟ ਜਿਹੜਾ ਹੁੰਦਾ ਨਾ ਉਹ ਆ ਕੇ ਤੁਹਾਨੂੰ ਜਿਹੜਾ ਨਾ ਉਹ ਜ਼ਰੂਰ ਚੈੱਕ ਕਰਦਾ ਰਹਿੰਦਾ, ਪਰੇਸ਼ਾਨੀ ਦਿੰਦਾ ਰਹਿੰਦਾ। ਤੁਸੀਂ 100% ਵੀ ਨਾ ਉਹਦੇ ਬਾਵਜੂਦ ਵੀ ਤੁਹਾਡੀ ਕੋਈ ਨਾ ਕੋਈ ਲੈਟਸ ਸੇ ਕਿ ਤੁਸੀਂ ਹੁਣ ਸ਼ਾਦੀ ਇੱਥੇ ਫੋਰ ਐਗਜ਼ਾਮਪਲ ਕਿਸੇ ਲੋਕਾਂ ਨੇ ਆਪਣੇ ਮਤਲਬ ਪੇਪਰਾਂ ਵਾਸਤੇ ਕੀਤੀ ਹੈ ਨਾ, ਉਹ ਫਿਰ ਉਹਦੇ 'ਚ ਕੀੜੇ ਕੱਢਣ ਲੱਗ ਪੈਂਦੇ ਨੇ ਕਿ ਜਨਾਨੀ ਕਿੱਥੇ, ਬਾਲ ਕਿੰਨੇ ਨਹੀਂ, ਇਹ ਕੀ ਆ, ਉਹ ਕੀ ਆ, ਫਲਾਣ 100 ਕਿਸਮ ਦੇ ਕੁਐਸਚਨ ਹੁੰਦੇ ਨੇ ਜਿਹਦੇ ਵਿੱਚ ਨਾ ਇਹ ਸਾਰੀ ਟੈਨਸ਼ਨ ਦੇ ਬਾਵਜੂਦ ਉਹ ਬੰਦਾ ਸਾਰੀ ਦਿਹਾੜੀ ਫਿਰ ਉਸ ਤੋਂ ਬਾਅਦ ਕਸਟਮਰ ਜਿਹੜਾ ਕੋਈ ਚੀਜ਼ ਲੈ ਕੇ ਜਾਂਦਾ ਅੱਧੇ ਘੰਟੇ ਲਿਆ ਕੇ ਵਾਪਸ ਆ ਕੇ ਆਉਂਦਾ, ਇਹ ਵਾਪਸ ਕਰਕੇ ਤੇ ਨਵੀਂ ਸ਼ੈ ਨੂੰ ਭੰਨ ਕੇ ਤੇ ਘਰ ਲੈ ਆਉਂਦਾ, ਜਾਂਦਿਆਂ ਇਹਤਿਆਤ ਨਹੀਂ ਕਰਦਾ, ਲਿਆ ਕੇ ਦਿੰਦਾ ਮੈਨੂੰ ਪੈਸੇ ਦੇ ਜਾਂ ਮੈਨੂੰ ਸ਼ੈ ਦੇ। ਗੱਲ ਕਰਨ ਦਾ ਮਕਸਦ ਇਹ ਵੇ ਕਿ ਇਤਨੀਆਂ ਟੈਨਸ਼ਨਾਂ ਹੁੰਦੀਆਂ ਨੇ ਅਤੇ ਸ਼ਾਮ ਨੂੰ ਬੰਦਾ ਘਰ ਆਵੇ ਅਤੇ ਘਰ ਆ ਕੇ ਅਤੇ ਸੁੱਖ ਸਕੂਨ ਦਾ ਇੱਕ ਸਾਹ ਵੀ ਨਾ ਮਿਲੇ ਅਤੇ ਕਿਤਨੀ ਤਕਲੀਫ ਦਾ ਮਾਰੇ। ਆਉਂਦਿਆਂ ਸਾਰ ਜਨਾਨੀਆਂ ਆਉਂਦੀਆਂ, ਅਸੀਂ ਸਵੇਰ ਦੇ ਤੁਹਾਡੇ ਬਾਲ ਬਾਲਣੀਆਂ ਵਾ, ਹੈਂ ਜੀ, ਸਵੇਰ ਦੇ ਤੁਹਾਡੇ ਬਾਲ ਬਾਲਣੇ ਆ, ਅਤੇ ਬੰਦਾ ਉਹਨਾਂ ਨੂੰ ਦੱਸੇ ਨਾ ਇੱਕ ਦਿਨ ਕਿ ਮੈਂ ਸਵੇਰ ਦਾ ਕਿਹੜੇ ਮੁਸ਼ਕਿਲਾਂ ਦੇ ਵਿੱਚੋਂ ਤੁਹਾਡੇ ਵਾਸਤੇ, ਬੱਚਿਆਂ ਵਾਸਤੇ ਅਤੇ ਤੇਰੇ ਵਾਸਤੇ ਰਿਜ਼ਕ ਇਕੱਠਾ ਕਰਕੇ ਲੈ ਕੇ ਆਇਆ, ਅਤੇ ਅੱਖਾਂ ਖੁੱਲ੍ਹ ਜਾਣ ਇੱਕ ਵਾਰੀ ਕਿ ਕਿਤਨੇ ਕੁ ਮੁਸ਼ਕਿਲਾਤਾਂ ਹੁੰਦੀਆਂ ਨੇ ਐਵਰੀ ਡੇ ਦੀ ਬੁਨਿਆਦ ਦੇ ਉੱਤੇ, ਸਹੀ ਹੈ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਦੇ ਡੈਡ ਹਾਲਾਤ ਜਾਂਦੇ ਨੇ, ਕਾਰੋਬਾਰ ਵੀ ਕੋਈ ਨਹੀਂ ਨਾ, ਮਾਮਲਾਤ ਵੀ ਕੋਈ ਨਹੀਂ। ਮੈਂ ਨਵਾਂ ਕਿ ਜਿਹੜਾ ਬੰਦਾ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਬਾਲ ਬੱਚਿਆਂ ਨੂੰ ਅਤੇ ਸਪੈਸ਼ਲੀ ਓਵਰਸੀਜ਼ ਵਾਲੇ ਜਿਹੜੇ ਪਾਲਦੇ ਨੇ ਨਾ ਉਹ ਇੱਕ ਜਹਾਜ਼ ਪੇ ਕਰਦੇ ਨੇ, ਕਿਉਂਕਿ ਇੱਥੇ ਤੁਹਾਡਾ ਕੰਮ ਹੈ ਨਹੀਂ ਹੈ, ਤੁਸੀਂ ਘਰ 'ਚ ਰਹਿ ਰਹੇ ਹੋ ਨਹੀਂ ਰਹਿ ਰਹੇ, ਤੁਹਾਡਾ ਆਪਣਾ ਵੀ ਘਰ ਹੈ, ਤੁਸੀਂ ਫਿਰ ਵੀ ਉਹਦਾ ਲੇਵੀਜ਼ ਦੇਣਾ ਹੈ, ਉਹਦੇ ਰੇਟ ਐਂਡ ਇੰਟਰਸਟ ਦੇਣੇ ਨੇ, ਤੁਹਾਡਾ ਇਲੈਕਟ੍ਰਿਸਿਟੀ ਦਾ ਬਿੱਲ ਹੋਣਾ ਹੈ ਉਹ ਵੀ ਤੁਸੀਂ ਪੇ ਕਰਨਾ ਹੀ ਕਰਨਾ, ਹਰ ਚੀਜ਼ ਦਾ ਤੁਸੀਂ ਪੇ ਕਰਨਾ ਹੈ, ਸਹੀ ਹੈ। ਅਤੇ ਜਦੋਂ ਤੁਸੀਂ ਰਹਿ ਰਹੇ ਹੁੰਦੇ ਉਦੋਂ ਤਾਂ ਫਿਰ ਕਾਸਟ ਆਫ ਲਿਵਿੰਗ ਬਹੁਤ ਹਾਈ ਹੋ ਜਾਂਦੀ ਹੈ। ਮਤਲਬ ਮੈਂ 3 ਮਹੀਨੇ ਪਾਕਿਸਤਾਨ ਰਹਿ ਕੇ ਵੀ ਹਾਂ, ਉਹਦੇ ਬਾਵਜੂਦ ਵੀ ਮੈਂ ਇਹਨਾਂ ਨੂੰ ਇੱਛਾਵਾਂ ਨੂੰ ਪੇ ਕਰਦਾ ਰਿਹਾ। ਮਕਸਦ ਗੱਲ ਕਰਨ ਦਾ ਸਮਝਾਉਣ ਦਾ ਇਹ ਵੇ ਕਿ ਹੋਇਆ ਕਿ ਉਹ ਬੰਦਾ ਜਿਹੜਾ ਨਾ ਉਹ ਕੋਈ ਛੋਟੀ ਜਿਹੀ ਚੀਜ਼ ਦੇ ਉੱਤੋਂ ਜਨਾਬੇ ਵਾਲੀ ਉਹ ਸਾਡੀ ਭਰਜਾਈ ਜਿਹੜੀ ਹੈ ਨਾ ਹੋ ਗਈ ਨਾਰਾਜ਼। ਉਹਨੇ ਆਖਿਆ ਕਿ ਮੈਂ ਜਿਹੜਾ ਨਾ ਮੈਂ ਨਹੀਂ ਰਹਿਣਾ ਜਾਂ ਤੁਸੀਂ ਨਹੀਂ ਰਹਿਣਾ ਇਸ ਘਰ 'ਚ, ਮੈਂ ਨਹੀਂ ਰਹਿਣਾ। ਹੁਣ ਉਹ ਬੰਦਾ ਬੜਾ ਪਰੇਸ਼ਾਨ ਕਿ ਮੈਂ ਹੁਣ ਕਿਹੜੇ ਪਾਸੇ ਜਾਵਾਂ, ਕੀ ਕਰਾਂ।
ਹੁਣ ਉਹਨੇ ਆਖਿਆ ਯਾਰ ਹੁਣ ਇੱਕ ਮੇਰਾ ਯਾਰ ਹੈ ਬੜਾ ਕਲੋਜ਼ ਜਿਹਾ, ਉਹ ਮੇਰੇ ਕੋਲ ਸ਼ੈ ਲੈ ਗਿਆ ਮੰਗ ਕੇ, ਤੇ ਹੁਣ ਘਰ ਦੀ ਸ਼ੈ ਸੀ ਤੇ ਚਲੋ ਮੇਰੇ ਕੋਲੋਂ ਲੈ ਗਿਆ ਤਰਲੇ ਤਾਂ ਕਰਕੇ, ਤੇ ਹੁਣ ਇਹਨੂੰ ਜਾਣ ਮੈਂ ਉਹਨੂੰ ਕੀ ਆਖਾਂ ਕਿ ਭਾਈ ਤੂੰ ਨਹੀਂ ਲੈ ਕੇ ਜਾ ਸਕਦਾ, ਜਾਂ ਮੇਰੀ ਬੇਗਮ ਦੇ ਰਿਲੇਟਡ ਹੈ ਚੀਜ਼ ਤੂੰ ਨਹੀਂ ਲੈ ਕੇ ਜਾ। ਬੜਿਆ ਮੈਂ ਉਹਦੇ ਤਰਲੇ ਕੀਤੇ ਨੇ ਮਾਮਲਾ, ਤਾਂ ਉਹਨੇ ਆਖਿਆ ਜਾਂ ਫਿਰ ਇਸ ਘਰ ਦੇ ਵਿੱਚ ਮੈਂ ਰਹਾਂਗੀ ਤੇ ਜਾਂ ਫਿਰ ਮੇਰਾ ਬਹੁਤ ਦੂਰ ਰਹੇਗਾ। ਮਤਲਬ ਇਹ ਵੇ ਕਿ ਇਨ ਸ਼ਾਰਟ ਇਹ ਵੇ ਕਿ ਇਤਨੀ ਜ਼ਿਆਦਾ ਉਹਨੇ ਆਖਿਆ ਟੈਨਸ਼ਨ ਪਰੇਸ਼ਾਨੀ ਬਣ ਗਈ ਕਿ ਇੱਥੋਂ ਤੱਕ ਕਿ ਮੈਂ ਫਿਰ ਆਖਿਆ ਉਹਨੇ ਮੈਂ ਤੰਗ ਆ ਕੇ ਆਖਿਆ ਮੈਂ ਫਿਰ ਲੱਗਾ ਦੂਜਾ ਵਿਆਹ ਕਰ, ਜੇ ਤੂੰ ਮੈਨੂੰ ਘਰ ਦੇ ਵਿੱਚ ਸਕੂਨ ਨਹੀਂ ਦੇਣਾ। ਤੇ ਉਹਨੇ ਆਖਿਆ ਹਾਂ ਜਾਂ ਤੂੰ ਕਰਕੇ ਵਹਾ, ਤੈਨੂੰ ਜੇ ਕਿਸੇ ਦੇ ਛੜੀ ਤੇ ਤਾਂ ਗੱਲ ਕਰੀ। ਉਹਨੇ ਆਖਿਆ ਹੈ ਇਹ ਕਿਹੜੀ ਗੱਲ? ਉਹਨੇ ਆਖਿਆ ਕਿ ਤੈਨੂੰ ਮੈਂ ਹੀ ਸਾਂ ਜਿਹੜੇ ਮੇਰੇ ਘਰਦਿਆਂ ਨੇ ਲੜ ਲਾ ਦਿੱਤਾ ਸੀ, ਅੱਗੋਂ ਤੇਰੇ ਨਸੀਬ ਦੇ ਵਿੱਚ ਕੋਈ ਦੂਜੀ ਤੈਨੂੰ ਜੇ ਕਿਸੇ ਨੇ ਦੇ ਛੜੀ ਤੇ ਤਾਂ ਗੱਲ ਕਰੀ, ਤੂੰ ਆਪਣਾ ਸਿਰ ਵੇ, ਤੇਰੇ ਸਿਰ ਦੇ ਉੱਤੇ ਤਾਂ ਵਾਲ ਵੀ ਕੋਈ ਨਹੀਂ ਰਹਿ ਗਿਆ। ਲਓ ਜੀ, ਬੰਦੇ ਦੀ ਜਨਾਹ ਦਾ ਮਸਲਾ ਬਣ ਗਿਆ। ਬੰਦੇ ਨੇ ਆਖਿਆ ਕਿ ਜੇ ਤੇ ਇਹ ਗੱਲ ਚੈਲੰਜ ਹਮੇਸ਼ਾ ਜਿਹੜਾ ਮਰਦ ਹੁੰਦਾ ਨਾ, ਉਹ ਜਦੋਂ ਕਿਸੇ ਦੀ ਚੀਜ਼ ਦੇ ਉੱਤੇ ਜਦੋਂ ਉਹਦੀ ਅਨਾਹ ਤੇ ਮਸਲਾ ਆ ਜਾਂਦਾ, ਚੈਲੰਜ ਦਾ ਮਸਲਾ ਹੋ ਜਾਂਦਾ ਨਾ, ਜਦੋਂ ਅਨਾਹ ਨੂੰ ਚੈਲੰਜ ਕਰ ਦਿੱਤਾ ਜਾਂਦਾ, ਉਹ ਫਿਰ ਭਾਵੇਂ ਬਿਲਕੁਲ ਡੁੱਬਣ ਵਾਲੇ ਪਾਸੇ ਟੁਰ ਪਵੇ। ਉਹ ਆਂਦਾ ਕਿ ਭਾਵੇਂ ਕੁੱਲੀ ਦਾ ਕੱਖ ਨਾ ਰਵੇ, ਹੁਣ ਮੈਨੂੰ ਨਹੀਂ ਪਤਾ, ਮੈਂ ਆਪਣੇ ਮਾਮਲਾਤ ਕਰਕੇ ਰਹਿਣੇ। ਅੱਛਾ, ਉਹਨੇ ਕੀ ਕੀਤਾ? ਉਹਨੇ ਫਿਰ ਹਾਰਡ ਸਟੈਪ ਲੈ ਕੇ ਉਹਨੇ ਆਖਿਆ ਕਿ ਮੈਂ ਫਿਰ ਇਸ ਤਰ੍ਹਾਂ ਕਰਾਂਗਾ, ਮੈਂ ਹੁਣ ਇੱਥੇ ਮੈਂ ਵਿਆਹ ਕਰਕੇ ਛੱਡਣਾ, ਜੋ ਮਰਜ਼ੀ ਹੋਵੇ। ਉਹ ਲਓ ਜੀ, ਲੈਂਦਿਆਂ ਪੈਂਦਿਆਂ ਉਹਨੇ ਡਿਸਾਈਡ ਕਰ ਲਿਆ ਕਿ ਹੁਣ ਮੈਂ ਇੱਕ ਕਾਲੀ ਨਾਲ ਵਿਆਹ ਕਰ ਲੈਣਾ, ਸਕੂਨ ਦੇ ਨਾਲ। ਉਹ ਭਾਈ ਜੀ, ਉਹ ਮੇਰਾ ਗੱਲ ਹੈ ਕਿ ਵਿੱਚ ਕੋਈ ਚਾਰ ਜੀ ਪਏ ਪੋਏ ਤੇ ਗੱਲਬਾਤ, ਚਲੋ ਉਹਨਾਂ ਦੀ ਸੁਲ੍ਹਾ ਤੇ ਹੋ ਗਈ, ਵਿਆਹ ਤੇ ਨਾ ਹੋਇਆ, ਲੇਕਿਨ ਇਹ ਵੀ ਕਿ ਸੁਲ੍ਹਾ ਹੋ ਗਈ। ਗੱਲ ਕਰਨ ਦਾ ਸਿਰਫ ਮਕਸਦ ਇਹ ਵੇ ਕਿ ਮੇਰੀਆਂ ਭੈਣਾਂ ਜਿਹੜੀਆਂ ਸਪੈਸ਼ਲੀ ਘਰਾਂ ਦੇ ਵਿੱਚ ਬੈਠੀਆਂ ਨੇ ਨਾ, ਇਹ ਸਿਰਾਂ ਦੇ ਤੁਹਾਡੇ ਸਾਈਂ ਯਕੀਨ ਕਰਕੇ ਮਨੋ ਬੜੀਆਂ ਮੁਸ਼ਕਿਲਾਤਾਂ ਪਰੇਸ਼ਾਨੀਆਂ ਦੇ ਵਿੱਚੋਂ ਨਾ ਕੱਟ ਕਟਾ ਕੇ ਤੇ ਸ਼ਾਮ ਵੇਲੇ ਤੁਹਾਡੇ ਜੋਗਾ ਰਿਜ਼ਕ ਇਕੱਠਾ ਕਰਕੇ ਲਿਆਉਂਦੇ ਨੇ। ਤੁਹਾਡਾ ਚਾਹੀਦਾ ਕਿ ਤੁਸੀਂ ਇਹਨਾਂ ਨੂੰ ਸਕੂਨ ਦੇਣਾ, ਜ਼ਿਹਨੀ ਤੌਰ 'ਤੇ ਪੀਸ ਦੇਣਾ, ਠੀਕ ਹੈ। ਜਦੋਂ ਤੁਸੀਂ ਇਹਨਾਂ ਨੂੰ ਜ਼ਿਹਨੀ ਤੌਰ 'ਤੇ ਪੀਸ, ਛੋਟੀਆਂ ਗੱਲਾਂ ਲੈ ਕੇ ਜਦੋਂ ਤੁਸੀਂ ਘਰ ਦੇ ਵਿੱਚ ਵਿਗਾੜ ਪੈਦਾ ਕਰਨ ਦਾ ਸੋਚ ਲਿਆ ਹੁੰਦਾ ਨਾ, ਆਉਂਦਿਆਂ ਸਾਰ ਮੈਂ ਟੈਨਸ਼ਨ ਲਾ ਦੇਣੀ ਹੈ, ਆਉਂਦਿਆਂ ਸਾਰ ਹੋਰ ਕੋਈ ਕੰਮ ਨਹੀਂ, ਆ ਵੀ ਕੰਮ ਖਰਾਬ ਹੈ, ਆ ਵੀ ਖਰਾਬ ਹੈ, ਆ ਵੀ ਖਰਾਬ ਹੈ, ਆ ਬਾਲ ਨੇ ਆਹ ਕਰ ਦਿੱਤਾ, ਉਹ ਕਰ ਦਿੱਤਾ। ਬੰਦੇ ਨੇ ਤਾਂ ਫਿਰ ਲਾਹ ਜੁੱਤੀ ਲੈਣੀ ਹੈ, ਬੰਦੇ ਨੇ ਤਾਂ ਬਾਲਾਂ ਨੂੰ ਫਿਰ ਕੁੱਟਣਾ, ਹੋਰ ਕੀ ਕਰਨਾ, ਫਿਰ ਕਿਹੜੇ ਪਾਸੇ ਜਾਏ। ਅਤੇ ਇਸ ਤੋਂ ਮੇਰੀ ਰਿਕੁਐਸਟ ਇਹ ਵੇ ਕਿ ਇਸ ਸਟੋਰੀ ਦੇ ਵਿੱਚ ਨਾ ਬੰਦਾ ਜਿਹੜਾ ਨਾ ਉਹ ਮਜ਼ਲੂਮ ਹੈ, ਅਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ, ਉਹਨਾਂ ਦੇ ਅੱਗੇ ਮੈਂ ਰਿਕੁਐਸਟ ਕਰ ਰਿਹਾ ਹੱਥ ਜੋੜ ਕੇ ਕਿ ਤੁਸੀਂ ਜਿਹੜਾ ਨਾ ਥੋੜ੍ਹੀ ਜਿਹੀ ਸ਼ਫਕਤ ਕਰਿਆ ਕਰੋ। ਮੈਨੂੰ ਪਤਾ ਹੈ ਕਿ ਚਲੋ ਤੁਸੀਂ ਵੀ ਆਪਣਾ ਘਰ ਮਾਂ ਪਿਓ ਦਾ ਛੱਡ ਕੇ ਆਈਆਂ, ਉਹ ਸਾਡੇ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਜੇ, ਮਾਮਲਾਤ ਕੀਤੇ ਜੇ, ਸਾਰਾ ਕੁਝ ਹੈ ਸੀ, ਲੇਕਿਨ ਇਸ ਚੀਜ਼ ਨੂੰ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਕਿ ਬੰਦੇ ਦਾ ਸਾਥ ਦਿਓਗੇ ਤੇ ਬੰਦਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰ ਸਕਦਾ। ਅਤੇ ਜੇ ਤੁਸੀਂ ਬੰਦੇ ਦਾ ਸਾਥ ਨਾ ਦਿੱਤਾ ਤੇ ਫਿਰ ਬੰਦੇ ਮਤਲਬ ਜ਼ਿਹਨੀ ਤੌਰ 'ਤੇ ਟੈਨਸ਼ਨ ਦਿੱਤੀ, ਪਰੇਸ਼ਾਨੀ ਦਿੱਤੀ, ਤੇ ਬੰਦੇ ਨੇ ਤਾਂ ਫਿਰ ਮੇਰਾ ਬਹੁ ਕਿੰਨਾ ਕੁ ਚਿਰ ਜੀ ਕਰੇਗਾ। ਇੱਕ ਦਿਨ ਤਾਂ ਫਿਰ ਉਹਨੇ ਬਗਾਵਤ ਕਰ ਜਾਣੀ ਹੈ ਨਾ। ਅਤੇ ਲਿਹਾਜ਼ਾ ਸਪੈਸ਼ਲੀ ਘਰ ਉਦੋਂ ਖਰਾਬ ਹੁੰਦੇ ਨੇ ਜਦੋਂ ਬੀਬੀਆਂ ਜਿਹੜੀਆਂ ਨੇ ਨਾ ਆਪਣੀ ਅਨਾਹ ਦਾ ਮਸਲਾ ਬਣਾ ਕੇ ਤੇ ਬੰਦੇ ਨੂੰ ਕੋਸ਼ਿਸ਼ ਇਹ ਕਰਦੀਆਂ ਨੇ ਕਿ ਬੰਦੇ ਨੂੰ ਥੱਲੇ ਲਾ ਕੇ ਰੱਖਣਾ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਤੁਸੀਂ ਮਤਲਬ ਇੱਕ ਛੋਟੀ ਜਿਹੀ ਗੱਲ ਹੈ, ਜੇ ਤੁਸੀਂ ਘਰ ਦਾ ਮੁਲਾਜ਼ਮ ਬਣਾ ਕੇ ਬੰਦੇ ਨੂੰ ਰੱਖੋਗੇ ਨਾ, ਇੱਕ ਛੋਟੀ ਜਿਹੀ ਗੱਲ ਹੈ, ਅਤੇ ਮਤਲਬ ਮੁਲਾਜ਼ਮ ਦੀ ਜਨਾਨੀ ਨੌਕਰਾਨੀ ਹੁੰਦੀ ਹੈ, ਨੌਕਰ ਦੀ ਜਨਾਨੀ ਨੌਕਰਾਨੀ ਹੋਈ, ਮਤਲਬ ਫਿਰ ਤਾਂ ਤੁਸੀਂ ਵੀ ਨੌਕਰਾਨੀ ਹੋ। ਜੇ ਤੁਸੀਂ ਬਣਾ ਕੇ ਰੱਖੋ ਆਪਣੇ ਬੰਦੇ ਨੂੰ ਰਾਜਾ, ਤੁਸੀਂ ਉਹਦੀ ਕੀ ਲੱਗੋਗੇ? ਰਾਣੀ। ਮਤਲਬ ਇਹ ਵੇ ਕਿ ਫਿਰ ਤੁਸੀਂ ਰਾਜੇ ਦੀ ਹਮੇਸ਼ਾ ਜਨਾਨੀ ਰਾਣੀ ਹੋਈ ਅਤੇ ਤੁਹਾਨੂੰ ਵੀ ਉਹ ਰਾਣੀਆਂ ਦੀ ਤਰ੍ਹਾਂ ਬਣਾ ਕੇ ਰੱਖੇਗਾ, ਠੀਕ ਹੈ ਜੀ। ਅਤੇ ਇਹ ਮੇਰਾ ਇੱਕ ਛੋਟਾ ਜਿਹਾ ਮੈਸੇਜ ਸੀ, ਮੈਂ ਕਿਹਾ ਚਲੋ ਇਹਨੂੰ ਇੱਕ ਇਸ ਤਰ੍ਹਾਂ ਪੋਰਟਰੇਟ ਕਰਕੇ, ਅਤੇ ਹਮੇਸ਼ਾ ਸਾਡੇ ਵਲਾਗ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੀ ਹੁੰਦਾ ਹੈ। ਅਤੇ ਜਿਹੜੀਆਂ ਮੇਰੀਆਂ ਭੈਣਾਂ ਜਜ਼ਬਾਤੀ ਹੋ ਕੇ ਅਤੇ ਮੈਨੂੰ ਬੜਾ ਬੁਰਾ ਭਲਾ ਆਖਿਆ, ਮੈਂ ਬਰਦਾਸ਼ਤ ਕੀਤਾ, ਮੈਨੂੰ ਪਤਾ ਮੈਂ ਬਰਦਾਸ਼ਤ ਕੀਤਾ, ਮੈਂ ਕਰ ਲਿਆ। ਅਤੇ ਸਿਰਫ ਇਹ ਵੇ ਕਿ ਮੇਰਾ ਇਹ ਸੀ ਦਿਲ ਕਿ ਚਲੋ ਇਹਨੂੰ ਅੱਛੇ ਤਰੀਕੇ ਦੇ ਨਾਲ ਨਾ ਆਡੀਅנס ਨੂੰ ਸਮਝਾਇਆ ਜਾ ਸਕੇ ਕਿ ਗੱਲ ਇਹ ਵੇ ਕਿ ਫੈਸਲੇ ਏਡੇ ਸੌਖੇ ਨਹੀਂ ਹੁੰਦੇ, ਬੰਦੇ ਨੂੰ ਬਹੁਤ ਮਜਬੂਰ ਕੀਤਾ ਜਾਂਦਾ, ਬਹੁਤ ਮਜਬੂਰ ਜਦੋਂ ਹੋ ਜਾਂਦਾ ਨਾ, ਫਿਰ ਅੱਕ ਕੇ ਬੰਦਾ ਇਹ ਡਿਸੀਜਨ ਲੈਂਦਾ ਕਿ ਯਾਰ ਮਨਾ ਏਡਾ ਤੇ ਮੈਂ ਰਿਹਾ ਕੋਈ ਨਹੀਂ ਕਿੰਨਾ 35-40 ਸਾਲਾਂ ਦੇ ਹੋਏ ਨਾ ਕੋਈ ਨਾ ਕੋਈ। ਔਰ ਯਕੀਨ ਕਰੋ ਜਿਤਨੀ ਕੁ ਦੁਨੀਆ ਇਸ ਟਾਈਮ ਮਜਬੂਰ ਬੈਠੀ ਹੈ ਨਾ ਪਾਕਿਸਤਾਨ ਦੇ ਵਿੱਚ ਜੀਆਂ ਦਾ ਦਿਲ ਹੈ ਕਿ ਮੈਂ ਕਿਉਂਕਿ ਵੇਖ ਕੇ ਆਇਆ ਗਰਾਊਂਡ ਰਿਐਲਿਟੀ, ਔਰ ਅੰਮਾ ਜੀ ਕੋਲ ਰੋਜ਼ਾਨਾ ਕੋਈ ਨਾ ਕੋਈ ਜੀ ਐਸੇ ਆਏ ਹੁੰਦੇ ਸਨ ਜਿਹੜੇ ਆਂਦੇ ਸਨ ਕਿ ਮਾਂ ਜੀ ਸਾਡੇ ਧੀ ਵਾਸਤੇ ਕੋਈ ਰਿਸ਼ਤਾ ਵੇਖੋ।
ਮੇਰੀ ਭੈਣ ਵਾਸਤੇ ਕੋਈ ਰਿਸ਼ਤਾ ਵੇਖੋ, ਜਾਂ ਉਹ ਲੈ ਕੇ ਖੁਦ ਆਏ ਹੁੰਦੇ ਸਨ ਕਿ ਸਾਡੀ ਆ ਧੀ ਹੈ ਤੇ ਇਹਦੇ ਵਾਸਤੇ ਕੋਈ ਰਿਸ਼ਤਾ ਸਾਨੂੰ ਤੱਕ ਦਿਓ। ਤੇ ਗੱਲ ਇਹ ਵੇ ਕਿ ਲੋਕ ਬੜੇ ਮਜਬੂਰ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ। ਅੱਛਾ, ਇੱਕ ਚੋਂ ਮੈਨੂੰ ਸਮਝ ਨਹੀਂ ਆਉਂਦੀ, ਜੇ ਪੁੱਤਰਾਂ ਵਾਲੇ ਨੇ ਤੇ ਉਹ ਵੀ ਪਰੇਸ਼ਾਨ ਨੇ, ਮਜਬੂਰ ਬੈਠੇ ਨੇ, ਤੇ ਜੀ ਧੀਆਂ ਵਾਲੇ ਨੇ ਤੇ ਉਹ ਵੀ ਪਰੇਸ਼ਾਨ ਮਜਬੂਰ ਬੈਠੇ ਨੇ ਤੇ ਰਿਸ਼ਤਿਆਂ ਵਾਸਤੇ। ਤੇ ਕਿਉਂ ਨਾ ਇੱਕ ਚੀਜ਼ ਅਸਲ 'ਚ ਹੁੰਦਾ, ਇਹ ਪਤਾ ਕੀ ਹੈ, ਇਹ ਜਿਹੜਾ ਵੇ ਨਾ ਗੈਪ ਜਿਹੜਾ ਇੱਕ ਕਲਾਸ ਦਾ, ਉੱਥੇ ਆ ਕੇ ਮਾਮਲਾਤ ਢਾਈ ਹੁੰਦੇ ਨੇ। ਅਕਸਰ ਜੀ ਆਂਦੇ ਨੇ ਜੀ ਸਾਡੀ ਇਹ ਕਲਾਸ ਹੈ ਤੇ ਬੀਬੀ ਸਾਨੂੰ ਜਿਹੜੀ ਹੈ ਨਾ ਉਹ ਇਸ ਕਲਾਸ ਦੀ ਹੋਣੀ ਚਾਹੀਦੀ ਹੈ, ਸਹੀ ਹੈ। ਉਹ ਲੱਭਦਿਆਂ ਜਿਹੜਾ ਨਾ ਉਹ ਬੰਦੇ ਨੂੰ ਜਿਹੜਾ ਨਾ ਉਹ ਵਡੇਰਾ ਕਰ ਲੈਂਦੇ ਨੇ, ਜਾਂ ਕੁੜੀ ਵਾਲੇ ਆਂਦੇ ਨੇ ਕਿ ਸਾਡੀ ਇਹ ਕਲਾਸ ਹੈ ਤੇ ਬੰਦਾ ਇੱਥੇ ਵੇ, ਬੰਦਾ ਸਾਨੂੰ ਇਸ ਕਲਾਸ ਦਾ ਲੱਭੇ ਤਾਂ ਕਿ ਸਾਡੀ ਕੁੜੀ ਵੱਲ ਜਿਹੜਾ ਨਾ ਟੁੱਕਰ ਪਾਣੀ ਖਾ ਸਕੇ। ਉਹ ਲੱਭਦਿਆਂ ਕੁੜੀ ਦੀ ਵੀ ਉਮਰ 28-30 ਸਾਲ ਕਰ ਲੈਂਦੇ ਨੇ ਤੇ ਇੰਨਾ ਚਿਰ ਜਿਹੜਾ ਨਾ ਉਹ ਮੁਨਾਸਬ ਨਹੀਂ ਹੁੰਦੇ ਰਿਸ਼ਤੇ। ਮੈਂ ਇੰਨਾ ਵਾ ਕਿ ਜਿਸ ਤਰ੍ਹਾਂ ਦਾ ਕੋ ਬਸ ਇਹ ਜ਼ੇਨ 'ਚ ਰੱਖੋ ਕਿ ਨੇਕ ਸਿਰਤ ਤੇ ਬਹੁਤਾ ਵੱਲ ਬਹੁਤ ਖੂਬਸੂਰਤ ਨਹੀਂ ਵੀ ਹੈ ਤਾਂ ਕੰਮ ਚਲਾ ਲਓ। ਦਿਲ ਦਾ ਖੂਬਸੂਰਤ ਹੋਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਆਪਣੇ ਘਰ ਵਿੱਚ ਖੁਸ਼ਹਾਲੀ ਰੱਖਣੀ ਹੈ ਤਾਂ ਤੁਹਾਡੇ ਇੱਕ ਦੂਜੇ ਦਾ ਨੇਕ ਨੀਅਤ ਔਰ ਖੁਸ਼ਹਾਲੀ ਉਦੋਂ ਹੀ ਆ ਸਕਦੀ ਜਦੋਂ ਤੁਸੀਂ ਦਿਲ ਦੇ ਖੂਬਸੂਰਤ ਹੋ। ਬਾਕੀ ਚਿਹਰੇ ਦੀਆਂ ਖੂਬਸੂਰਤੀਆਂ ਮੈਟਰ ਨਹੀਂ ਕਰਦੀਆਂ। ਚਿਹਰੇ ਦੇ ਬੜੇ ਸੋਹਣੇ ਲੋਕ ਵੀ ਹੁੰਦੇ ਨੇ ਤੇ ਦਿਲ ਦੇ ਬੜੇ ਕਾਲੇ ਉਹ ਲੋਕ ਹੁੰਦੇ ਨੇ, ਉਹਨਾਂ ਨਾਲ ਨਹੀਂ ਵੀ ਨਿਭਦੀ ਹੁੰਦੀ। ਤੇ ਮੈਂ ਤੇ ਇਹ ਗੱਲ ਆਖਾਂਗਾ ਕਿ ਜੇ ਤੁਸੀਂ ਆਖੋਗੇ ਨਾ ਦੁਨੀਆ ਦੇ ਉੱਤੇ ਅਮੀਰ ਤਰੀਨ ਬੰਦਾ ਸੀ ਬਿਲ ਗੇਟ, ਉਹਦਾ ਵੀ ਘਰ ਨਹੀਂ ਸੀ ਵੱਸ ਸਕਿਆ, ਉਹਨੂੰ ਵੀ ਪਿੱਛਾ ਕਰਕੇ ਤਲਾਕ ਦੇ ਛੜੀ ਹੈ, ਤੁਸੀਂ ਸੁਣਿਆ ਹੀ ਹੋਣਾ। ਤੇ ਦੁਨੀਆ ਤੇ ਇੰਡੀਆ ਦਾ ਆਂਦੇ ਨੇ ਸਭ ਤੋਂ ਕਿਊਟ ਅਸੀਂ ਆਂਦੇ ਆਮਰ ਖਾਨ ਨੂੰ ਨਾ, ਤੇ ਆਮਰ ਖਾਨ ਨੇ ਵੀ ਪਿੱਛਾ ਕਰਕੇ ਤਲਾਕ ਦੇ ਛੜੀ ਹੈ, ਸਹੀ ਹੈ। ਮਤਲਬ ਇਹ ਵੇ ਕਿ ਘਰ ਵਸਾਉਣ ਵਾਸਤੇ ਤੁਹਾਡਾ ਕਿਊਟ ਹੋਣਾ ਤੇ ਮਾਲਦਾਰ ਹੋਣਾ ਜਿਹੜਾ ਨਾ ਉਹ ਮੈਟਰ ਨਹੀਂ ਕਰਦਾ, ਤੁਹਾਡਾ ਦਿਲ ਦੇ ਵਿੱਚੋਂ ਮੁਖਲਸ ਹੋਣਾ ਮੈਟਰ ਕਰਦਾ। ਅੱਲਾਹ ਪਾਕ ਆਸਾਨੀਆਂ ਫਰਮਾਏ। ਹੁਣ ਮੈਂ ਜਾ ਰਿਹਾ, ਬਾਕੀ ਆਪਣੇ ਕੰਮ ਸ਼ਮ ਕਰੀਏ, ਵਲੌਗ ਜਾਰੀ ਹੋ ਸਾਰੀ ਹੈ, ਡੇਲੀ ਦੀ ਰੂਟੀਨ ਹੁੰਦੀ ਹੈ, ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੇ ਤੁਹਾਨੂੰ ਦੱਸਿਆ ਕਿ ਇਹ ਨੌਬਤ ਕਿਉਂ ਆਈ ਇਹ ਸਾਰੇ ਵਲੌਗ ਬਣਾਉਣ ਦੀ। ਤੇ ਬਾਕੀ ਹੱਸਦੇ ਰਹੋ ਤੇ ਬਾਅਦ जी माँ कैसी हैं आप? अल्लाह का शुक्र है, तू सुना। मैं बिल्कुल ठीक ठाक हूँ। और सुना। मैं तो माँ बदी आई है। माँ जी मैं हीरो अपना रांझा ढूंढने आई हूँ। अल्लाह खैर करे। हीरा करा चला राजे लाभ दिखा फिर मैं। मैं अपना रांझा ढूंढने आई हूँ। हाँ। मुझे उम्मीद है कि मैं अपनी माँ के पास आ गई, नहीं तो मुझे मेरा रांझा मिल पुत्र जाएगा। मैं केड़ा राजा बोझी छिपाया है। नहीं माँ, मुझे पता है आप सबको खुश करके भेजती हैं, तो मुझे भी मेरा रांझा दे के भेजेंगी। पुत्र दवा फकीरा रह मल्ला मां सदके जाए, अल्लाह ने करम करना है। ते ओ की मसला है जेड़ा तेरा रांझा गवाच गया? कोई आशिक सी या की सी? मैं केड़ा पुत्र इना कमानो जाननी है। माँ जी रांझे ने ना 40 साल मज्जे चुराई थी। 40 साल ਉਹਨੇ ਚਲਾਈ 8 ਸਾਲ ਨਹੀਂ ਸਨ ਚਲਾਈ 40 ਸਾਲ ਉਹ ਆਸ਼ਿਕ ਵੱਡਾ ਸੀ। नहीं ओ की माई हवा दे नाल निकलिया सी। 40 ਸਾਲ ਉਹਨੇ 40 साल ਉਹ ਨਾ ਤੇ ਪਹਾੜੀ ਦੁਆਲੇ ਫਿਰਿਆ ਸੀ ਤੇ ਤੇਰਾ ਰਾਂਝਾ 40 ਸਾਲ ਉਹ ਕਿੱਥੇ ਰੂੜੀ ਮੱਝਾਂ ਚਰਾਉਂਦਾ मैं ਰਿਹਾ। तो- ਜ਼ੁਲਮ ਤੇ ਹੋ ਤੂੰ ਗਿਆ। ਵੀਰ ਇਹ ਬਾਰਾਂ ਕਸਮਾਂ ਨੂੰ ਖਾਣ ਇਹਦਾ ਕੇ ਰਾਂਝਾ ਕਿਹੜਾ ਹੈ? ਮੈਂ ਗੱਲ ਤੇਰੀ ਮੁਕਾ ਲਵਾਂ ਤੇ ਤੂੰ ਇਹ ਮੈਨੂੰ ਦੱਸ ਕਿੱਥੋਂ ਤੂੰ ਤੁਰੀ ਏ ਤੇ ਕਿੱਥੇ ਤੂੰ ਆਪਣੀ ਏ? ਮਾਂ ਸਦਕੇ ਜਾਏ ਮੈਂ ਇਹਦੇ ਨਿਆਂ ਨਹੀਂ ਕਦੀ ਨਿਬੇੜੇ। ਮੈਂ ਮਾਂ ਵਾਂ ਧੀਆਂ ਨੂੰ ਮਿਲਣ ਆਈ ਕਿ ਮੈਂ ਹੁਣ ਰਾਂਝੇ ਮਲਾਉਣ ਲੱਗ ਪਾਵਾਂ। ਅੱਛਾ ਨਾ ਮੈਨੂੰ ਇਹ ਪੁੱਛੋ ਕਿ मैं ਉਹ आपकी सेहत पर सिर्फ दुआ करवाने आई हूँ कि ਦੁਆ मुझे ਮੈਂ ਕਾਤੇ ਨਹੀਂ ਅੱਲਾ ਤੇਰੇ ਵਿਛੜੇ ਮਿਲਣ ਤੇ ਉਹ ਕਿੱਥੇ ਹੀ ਤੇਰਾ ਮੈਂ ਅਮੀਰ ਉਹਦੇ ਜੀ। ਵਾਸਤੇ ਦੁਆ ਮੰਗਾ ਅੱਲਾ ਮੀਆਂ ਮੇਰੀ ਧੀ ਦਾ ਮੇਲ ਕਰਾਵੇ ਕਿੱਥੇ ਹੁੰਦੇ ਰਾਂਝਾ मेरा रांझा 100 तरीका होता है, ਸੱਜੀ ਬੀੜੀ ਗਾਉਣੇ ਸੌਂਦੀ ਕੱਕ ਤੇ ਸਾਡੇ ਮੁੰਡੇ ਹੁੰਦੇ ਨੇ तो आपका बेटा ही है विक्की जी। ਵੇ ਜਬ ਤੇਰਾ ਕੁਝ ਨਾ ਜਾਏ ਤੇਰਾ ਕੱਖ ਨਾ ਜਾਏ ਮਰਨੀ ਦੀ ਜੇ ਮਰ ਜਾ ਉੱਠ ਬੈ ਬਾਤ मुझे मेरा रांझा दे दे। ਤੇਰਾ ਉੱਠ ਬੈ ਖਸਮਨ ਕੱਢ ਵੇ ਨੂੰ ਬਾਹਰ ਇਹਨੂੰ ਖੁੱਟ ਜਾਣਾ ਜਿਹੜਾ ਹੁੰਦਾ ਮੇਰੇ ਮੁੰਡੇ ਨੂੰ ਮਲਣ ਆ ਜਾਂਦਾ ਤੇਰੀ ਤੱਤੀ ਪਈ ਹੈਗਾ ਜੀ ਇਹ ਕੀ ਅੱਜ ਬਣਾਇਆ ਜੇ? ਬਿਰਿਆਨੀ ਹੈ। ਅੱਜ ਮਾਸ਼ਾਅੱਲਾ ਜੁਮਾ ਸੀ ਬਿਰਿਆਨੀ ਹੈ ਤੇ ਜੁਮਾ ਇਧਰ ਮੁਬਾਰਕ। ਲੱਸੀ ਹੈ, ਇਧਰ ਬੋਤਲ ਹੈ, ਸਲਾਦ ਹੈ। ਬਿਸਮਿਲ੍ਲਾ ਕਰਾ ਪੁੱਤਰ 100 ਵਰਾ ਸਦਕੇ ਜਾਵਾਂ ਮੇਰੇ ਦੇਸੀਓ ਪਰਦੇਸੀਓ ਪਹਿਲੂ ਆਓ ਤੇ ਮਾਂ ਨੇ ਬਿਰਿਆਨੀ ਮਾਂ ਨੇ ਨਹੀਂ ਪਕਾਈ ਘਰ ਵਾਲੇ ਪਕਾਈ ਤੇ ਮਾਂ ਚਲੋ, ਬੱਚਿਆਂ ਮਾਂ ਦੀ ਦੇ ਹੋਈ ਨਾ। ਲੱਗੀ ਏ ਤੇ 100 ਬਿਸਮਿਲ੍ਲਾ ਸਾਰੇ ਕਰਕੇ ਨੂੰ ਪੋਤਰੀ ਨੇ ਇਕੱਠੇ ਕੀਤੇ। ਕੀਤੇ ਨੇ ਤੇ ਉਹ ਆਂਦੇ ਦਾਦੋ ਆਪ ਡਾਲ ਕੇ ਦੋ ਤੇ ਮੈਂ ਕਿਹਾ ਪ੍ਰਾਤ ਧੀਏ ਪਾ ਕੇ ਲਿਆ ਦੇ ਇੱਥੇ ਮੈਂ ਪਾਕ ਦੇਣੀ ਆ। ਤੇ ਗੱਲ ਇਹ ਵੇ ਕਿ ਬਿਰਿਆਨੀ ਪਕਾਈ ਏ ਤੇ ਲੱਸੀ ਬੋਤਲ ਦਾ ਜੋੜ ਤੇ ਕੋਨੇ ਤੇ ਲੱਸੀ ਪੀਵਾਂ ਦੇ ਮੈਂ ਤੇ ਤੇਰਾ ਅੱਬੂ ਤੇ ਤੂੰ
ਬੋਤਲ ਪੀਣਗੇ ਬਾਹਰ ਹਾਂਜੀ ਇਹ ਪੀਂਦੇ ਨੇ ਲੱਸੀ ਇਹ ਲੱਸੀ पीते ने पर बिरयानी के साथ बिरयानी के साथ वो बोतल होनी बोतल होता चाहिए ना है फिर बोतल होता होनी है चाहिए ना ਤੇ ਇਸ ਵਾਸਤੇ ਮਾਂ ਸਦਕੇ ਦੇ ਅੱਜ ਜੁਮਾ ਮੁਬਾਰਕ ਸੀ ਤੇ ਨਾਲੇ ਮਸਜਿਦ 'ਚ ਵੀ ਕੱਲਾ ਸੀ ਖਾਣਾ ਹਾਂ। ਤੇ ਇਸ ਵਜ੍ਹਾ ਤੋਂ ਫਿਰ ਮੈਂ ਕਿਹਾ ਚੱਲ हैदर अली हाँ मेरा पुत्र हुन तू मैनू कल दा आख्या जी पापा जी बिरयानी पकानी है बड़ी मजे दी पक गई है ना मेरा ਉਹ पुत्र ਆਂਦੀ ਹੈ ਲੈਗ ਪੀਸ ਮੈਨੂੰ ਦੇ ਤੇ ਪੁੱਤਰ ਲੈਗ ਪੀਸ ਪਰੌਣੇ ਜੋ ਕਰ ਰਹਿੰਦੇ ਨੇ एक कुकड़ लंगा सी एक ही पकाया आज ਨਹੀਂ ਦੋ ਸਾਂ ਇੱਕ ਮਸਜਿਦ 'ਚ ਕਾ ਛੜੇ ਤੇ ਅੱਛਾ। ਅਜੇ ਇੱਕ ਜਿਹੜਾ ਮੇਰਾ ਪੀਸ ਪਿਆ ਹੈ, ਮੇਰਾ ਦਿਲ ਕਰਦਾ ਕਿ ਮੇਰਾ ਪਰੌਣਾ ਆਣ ਰਿਹਾ हाँ ये तो गल ठीक ਸਮਝ ਆਈ ਹੈ ਇਹ ਗੱਲ